ਸਤਿ ਸ਼੍ਰੀ ਅਕਾਲ ਜੀ। ਮੈਂ ਡਾਕਟਰ ਗੁਰਜੀਤ ਸਿੰਘ ਅੱਖਾਂ ਦੀ ਅਗਲੀ ਪੁਤਲੀ ਬਦਲਣ ਦਾ ਮਾਹਿਰ ਹਾਂ, ਕੋਰੀਆ ਟ੍ਰਾਂਸਪਲਾਂਟ ਸਰਜਨ ਹਾਂ। ਅਸੀਂ ਆਪਣੇ ਇਸ ਹਸਪੀਟਲ ਨੇਤਰ ਪ੍ਰਕਾਸ਼ ਆਈ ਸੈਂਟਰ ਪਟਿਆਲਾ ਦੇ ਵਿੱਚ ਪੁਤਲੀ ਬਦਲਣ ਦਾ ਆਪਰੇਸ਼ਨ ਕਰਦੇ ਹਾਂ। ਅੱਜ ਅਸੀਂ ਆਪਣੀ ਸਟਾਕ ਦੇ ਵਿੱਚ ਅੱਖਾਂ ਦੀ ਅਗਲੀ ਪੁਤਲੀ ਦੀ ਬਿਮਾਰੀ, ਉਸ ਦੇ ਕਾਰਨ, ਉਸ ਦੀ ਰੋਕਥਾਮ ਅਤੇ ਉਹਦੇ ਇਲਾਜ ਬਾਰੇ ਤੁਹਾਨੂੰ ਜਾਣੂ ਕਰਵਾਵਾਂਗੇ। ਅਗਰ ਅਸੀਂ ਬਲਾਈਂਡਨੈਸ ਦੀ ਗੱਲ ਕਰੀਏ ਤਾਂ ਲਗਭਗ 130 ਕਰੋੜ ਦੀ ਆਬਾਦੀ ਦੇ ਵਿੱਚ ਇੰਡੀਆ ਦੇ ਵਿੱਚ ਲਗਭਗ 1% ਪੋਪੂਲੇਸ਼ਨ ਜਿਹੜੀ ਹੈ ਉਹ ਬਲਾਈਂਡਨੈਸ ਤੋਂ ਸਫਰ ਕਰ ਰਹੀ ਹੈ, ਜਿਹਦੇ ਵਿੱਚ ਲਗਭਗ 70% ਪੋਪੂਲੇਸ਼ਨ ਜਿਹੜੀ ਹੈ ਉਹ ਬਾਇਲੇਟਰਲ ਬਲਾਈਂਡਨੈਸ ਤੋਂ ਸਫਰ ਕਰ ਰਹੀ ਹੈ। ਸੋ ਲਗਭਗ 1 ਕਰੋੜ ਪੋਪੂਲੇਸ਼ਨ ਜਿਹੜੀ ਹੈ ਉਹ ਬਲਾਈਂਡਨੈਸ ਤੋਂ ਸਫਰ ਕਰ ਰਹੀ ਹੈ। ਅੰਨੇਪਨ ਦੇ ਬਹੁਤ ਸਾਰੇ ਕਾਰਨ ਹਨ, ਜਿਵੇਂ ਕਿ ਚਿੱਟਾ ਮੋਤੀਆ, ਕਾਲਾ ਮੋਤੀਆ, ਪੁਤਲੀ ਦੀ ਬਿਮਾਰੀ ਕਰਕੇ ਬਲਾਈਂਡਨੈਸ ਅਤੇ ਪਿਛਲੇ ਪਰਦੇ ਦੀ ਬਿਮਾਰੀ ਕਰਕੇ ਬਲਾਈਂਡਨੈਸ, ਜਿਹਦੇ ਵਿੱਚ ਸ਼ੂਗਰ ਦੀ ਬਿਮਾਰੀ ਕਰਕੇ ਅਤੇ ਏਜ ਰਿਲੇਟਡ ਮੈਕੂਲਰ ਡੀਜਨਰੇਸ਼ਨ ਕਾਫੀ ਮੁੱਖ ਕਾਰਨ ਹਨ। ਅਸੀਂ ਅੱਜ ਆਪਣੀ ਡਿਸਕਸ਼ਨ ਦੇ ਵਿੱਚ ਕਾਰਨੀਅਲ ਬਲਾਈਂਡਨੈਸ ਦੀ ਗੱਲ ਕਰਾਂਗੇ। ਸਾਡੇ ਇੰਡੀਆ ਦੇ ਵਿੱਚ ਲਗਭਗ 10 ਲੱਖ ਦੀ ਪੋਪੂਲੇਸ਼ਨ ਕਾਰਨੀਆ ਬਲਾਈਂਡਨੈਸ ਯਾਨੀ ਕਿ ਅਗਲੀ ਪੁਤਲੀ ਦੀ ਬਿਮਾਰੀ ਕਰਕੇ ਬਲਾਈਂਡਨੈਸ ਤੋਂ ਸਫਰ ਕਰ ਰਹੀ ਹੈ। ਇਸ ਦੀ ਖਾਸੀਅਤ ਹੈ ਕਿ ਇਹ ਇੱਕ ਟੋਟਲੀ ਪ੍ਰੀਵੈਂਟੇਬਲ ਬਲਾਈਂਡਨੈਸ ਹੈ, ਯਾਨੀ ਕਿ ਕੁਝ ਕਦਮ ਲੈ ਕੇ ਜਾਂ ਕੁਝ ਰੋਕਥਾਮ ਦੇ ਨਾਲ ਅਸੀਂ ਇਸ ਸੰਬੰਧੀ ਬਲਾਈਂਡਨੈਸ ਨੂੰ ਰੋਕ ਸਕਦੇ ਹਾਂ। ਅਸੀਂ ਅਗਰ ਇਹਦੇ ਕਾਰਨਾਂ ਦੀ ਗੱਲ ਕਰੀਏ ਤਾਂ ਮੁੱਖ ਕਾਰਨਾਂ ਦੇ ਵਿੱਚ ਇਨਫੈਕਸ਼ਨ ਆਉਂਦਾ ਹੈ, ਜਿਹਦੇ ਵਿੱਚ ਕਿ ਬੈਕਟੀਰੀਅਲ ਇਨਫੈਕਸ਼ਨ, ਫੰਗਲ ਇਨਫੈਕਸ਼ਨ ਯਾਨੀ ਕਿ ਉੱਲੀ ਦਾ ਇਨਫੈਕਸ਼ਨ ਅਤੇ ਵਾਇਰਸ ਕਾਫੀ ਕਾਮਨ ਹਨ। ਦੂਜੇ ਨੰਬਰ ਤੇ ਜ਼ੀਰੋਪਥੈਲਮੀਆ ਆਉਂਦਾ ਹੈ, ਜਿਹੜਾ ਕਿ ਵਿਟਾਮਿਨ ਏ ਦੀ ਡੈਫੀਸ਼ੀਐਂਸੀ ਕਰਕੇ ਹੁੰਦਾ ਹੈ। ਤੀਸਰੇ ਨੰਬਰ ਤੇ ਟਰਾਮਾ ਯਾਨੀ ਕਿ ਚੋਟ ਲੱਗਣ ਕਰਕੇ, ਜਿਵੇਂ ਐਕਸੀਡੈਂਟਲ ਕੇਸ, ਅੱਖਾਂ ਦੇ ਵਿੱਚ ਚੂਨੇ ਦਾ ਪੈ ਜਾਣਾ, ਫੈਕਟਰੀਆਂ ਦੇ ਵਿੱਚ ਵਰਕਰ ਕੰਮ ਕਰਦੇ ਹੋਏ ਦੇ ਅੱਖ ਦੇ ਵਿੱਚ ਐਸਿਡ ਪੈ ਜਾਣਾ ਜਾਂ ਲੋਹੇ ਦੇ ਕਣ ਪੈ ਜਾਣਾ, ਜਾਂ ਤਿਉਹਾਰਾਂ ਦੇ ਵਿੱਚ ਜਿਵੇਂ ਕਿ ਹੋਲੀ ਜਾਂ ਦੀਵਾਲੀ ਦੇ ਵਿੱਚ ਚੋਟ ਲੱਗਣ ਕਰਕੇ ਬਲਾਈਂਡਨੈਸ ਹੋ ਜਾਣਾ। ਤੇ ਫਿਰ ਚੌਥੇ ਨੰਬਰ ਦੇ ਉੱਤੇ ਜਿਹੜੀ ਬਲਾਈਂਡਨੈਸ ਹੈ ਉਹ ਕੰਜੈਨਿਟਲ ਡਿਸਆਰਡਰਸ ਯਾਨੀ ਕਿ ਜਮਾਂਦਰੂ, ਜਿਹੜੀ ਕਿ ਜਨਮ ਤੋਂ ਹੀ ਬੱਚਿਆਂ ਨੂੰ ਕਾਰਨੀਅਲ ਬਲਾਈਂਡਨੈਸ ਹੋ ਸਕਦੀ ਹੈ, ਜਾਂ ਫਿਰ ਉਮਰ ਦੇ ਕਰਕੇ ਪੁਤਲੀ ਦਾ ਵੀਕ ਪੈ ਜਾਣਾ, ਜਿਹੜੀ ਕਿ ਬਜ਼ੁਰਗਾਂ ਨੂੰ ਹੁੰਦੀ ਹੈ। ਸੋ ਇਹ ਮੁੱਖ ਕਾਰਨ ਹਨ ਜਿਹਦੇ ਨਾਲ ਕਾਰਨੀਅਲ ਬਲਾਈਂਡਨੈਸ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਇਹਦੇ ਬਾਰੇ ਕੁਝ ਪ੍ਰੀਵੈਂਸ਼ਨ ਬਾਰੇ ਵੀ ਦੱਸਾਂਗੇ। ਕਾਰਨ ਤਾਂ ਅਸੀਂ ਦੱਸਦੇ ਤੁਹਾਨੂੰ, ਜੇ ਅਸੀਂ ਕੁਝ ਕਦਮ ਉਠਾਈਏ ਜਾਂ ਕੁਝ ਇਹੋ ਜਿਹੇ ਮੇਜਰ ਲਈਏ ਅਸੀਂ ਇਸ ਸੰਬੰਧੀ ਬਲਾਈਂਡਨੈਸ ਨੂੰ ਰੋਕ ਸਕਦੇ ਹਾਂ। ਜਿਵੇਂ ਕਿ ਸਭ ਤੋਂ ਪਹਿਲੇ ਅਸੀਂ ਡਿਸਕਸ ਜਿਹੜਾ ਕੀਤਾ ਸੀਗਾ ਉਹ ਹੈ ਇਨਫੈਕਸ਼ਨ। ਸਾਡਾ ਪੰਜਾਬ ਜੋ ਕਿ ਇੱਕ ਖੇਤੀ ਪ੍ਰਧਾਨ ਪ੍ਰਦੇਸ਼ ਹੈ, ਉਹਦੇ ਵਿੱਚ ਫਾਰਮਿੰਗ ਹਰ ਇੱਕ ਤਕਰੀਬਨ ਕਰਦੇ ਹਨ। ਸੋ ਫਾਰਮਿੰਗ ਦੇ ਵਿੱਚ ਗੰਦੇ ਪਾਣੀ ਦੇ ਪੈਣ ਦੇ ਨਾਲ ਅੱਖ ਦੇ ਵਿੱਚ ਜਾਂ ਮਿੱਟੀ ਦੇ ਪੈਣ ਦੇ ਨਾਲ ਇਹ ਕਾਫੀ ਕਾਮਨ, ਜਾਂ ਇਨਸੈਕਟੀਸਾਈਡਲ ਸਪਰੇ, ਕੀਟਨਾਸ਼ਕ ਦਵਾਈਆਂ ਦੇ ਸਪਰੇ ਦੇ ਨਾਲ ਵੀ ਦੇਖਿਆ ਗਿਆ ਵੀ ਪੁਤਲੀ ਨੂੰ ਕਾਫੀ ਨੁਕਸਾਨ ਹੁੰਦਾ ਹੈ। ਸੋ ਅਗਰ ਇਹਨਾਂ ਕਾਰਨਾਂ ਕਰਕੇ ਸਾਨੂੰ ਪੁਤਲੀ ਦੀ ਬਿਮਾਰੀ ਹੋ ਰਹੀ ਹੈ, ਸੋ ਇਹਨਾਂ ਨੂੰ ਆਪਾਂ ਰੋਕ ਸਕਦੇ ਹਾਂ। ਜਿਵੇਂ ਕਿ ਅਗਰ ਸਪੋਜ਼ ਤੁਹਾਡੀ ਅੱਖ ਦੇ ਵਿੱਚ ਗੰਦਾ ਪਾਣੀ ਪੈ ਜਾਂਦਾ ਹੈ ਜਾਂ ਮਿੱਟੀ ਪੈ ਜਾਂਦੀ ਹੈ ਤਾਂ ਉਹਨੂੰ ਸਮੇਂ ਸਿਰ ਅੱਖਾਂ ਨੂੰ ਉਸੇ ਟਾਈਮ ਵਾਸ਼ ਕਰ ਲੈਣਾ ਹੈ, ਪਾਣੀ ਦੇ ਛਿੱਟੇ ਮਾਰ ਕੇ ਅੱਖ ਨੂੰ ਸਾਫ਼ ਕਰ ਲੈਣਾ ਚਾਹੀਦਾ ਹੈ। ਅਗਰ ਤੁਹਾਡੀ ਕੀਟਨਾਸ਼ਕ ਦਵਾਈਆਂ ਦੇ ਕਰਕੇ ਨੁਕਸਾਨ ਹੁੰਦਾ ਹੈ ਤਾਂ ਤੁਹਾਨੂੰ ਪ੍ਰੋਟੈਕਟਿਵ ਗਲਾਸਿਸ ਯਾਨੀ ਕਿ ਸਪੈਸ਼ਲ ਚਸ਼ਮੇ ਜਿਵੇਂ ਆਉਂਦੇ ਹਨ ਜਿਹਦੇ ਤੁਹਾਡੀ ਅੱਖ ਨੂੰ ਨੁਕਸਾਨ ਨਾ ਹੋਵੇ। ਸੋ ਇਹਨਾਂ ਚੀਜ਼ਾਂ ਨੂੰ ਅਪਣਾ ਕੇ ਅਸੀਂ ਕਾਫੀ ਹੱਦ ਤੱਕ ਇਹਨੂੰ ਕੰਟਰੋਲ ਕਰ ਸਕਦੇ ਹਾਂ। ਉਸ ਤੋਂ ਇਲਾਵਾ ਇੱਕ ਕਾਫੀ ਕਾਮਨ ਪ੍ਰਥਾ ਜਿਹੜੀ ਸਾਡੇ ਪਿੰਡਾਂ ਦੇ ਵੀ ਦੇਖੀ ਜਾਂਦੀ ਹੈ, ਅਗਰ ਅੱਖ ਦੇ ਵਿੱਚ ਸਪੋਜ਼ ਕਿਸੇ ਦੇ ਕੋਈ ਕਣ ਪੈ ਜਾਂਦਾ ਹੈ ਜਾਂ ਕੁਝ ਵੀ ਪੈ ਜਾਂਦਾ ਹੈ ਤਾਂ ਉਹ ਲੋਕਲ ਲੋਕਾਂ ਤੋਂ ਕਢਵਾ ਲੈਂਦੇ ਹਨ, ਤੇ ਅਕਸਰ ਇਹਨਾਂ ਕੇਸਿਸ ਦੇ ਵਿੱਚ ਇਨਫੈਕਸ਼ਨ ਹੋ ਹੀ ਜਾਂਦਾ ਹੈ ਤੇ ਬੰਦੇ ਦੀ ਨਿਗਾਹ ਚਲੀ ਜਾਂਦੀ ਹੈ। ਸੋ ਸਾਨੂੰ ਇਹਨਾਂ ਮਾਮਲਿਆਂ ਦੇ ਵਿੱਚ ਇੱਕ ਪ੍ਰੋਪਰ ਆਈ ਡਾਕਟਰ ਨੂੰ ਹੀ ਕੰਸਲਟ ਕਰਨਾ ਚਾਹੀਦਾ ਹੈ, ਬਜਾਏ ਕਿ ਲੋਕਲ ਪਿੰਡ ਦੇ ਡਾਕਟਰ ਤੋਂ ਕਣ ਨਿਕਲਵਾ ਕੇ। ਦੂਸਰੇ ਨੰਬਰ ਤੇ ਆਪਾਂ ਜਿਵੇਂ ਗੱਲ ਕੀਤੀ ਸੀ ਜ਼ੀਰੋਪਥੈਲਮੀਆ। ਜ਼ੀਰੋਪਥੈਲਮੀਆ ਹੈ ਜਿਹੜੀ ਵਿਟਾਮਿਨ ਏ ਹੈ ਉਹ ਸਾਡੀ ਕਾਰਨੀਆ ਨੂੰ ਬਹੁਤ ਤੰਦਰੁਸਤ ਰੱਖਦੀ ਹੈ। ਵਿਟਾਮਿਨ ਏ ਦੀ ਡੈਫੀਸ਼ੀਐਂਸੀ ਨਾਲ, ਜੋ ਕਿ ਕੁਪੋਸ਼ਣ ਦੇ ਵੀ ਦੇਖਿਆ ਗਿਆ, ਯਾਨੀ ਕਿ ਬੱਚੇ ਨੂੰ ਸਹੀ ਖੁਰਾਕ ਨਾ ਦੇਣ ਕਰਕੇ ਦੇਖਿਆ ਗਿਆ ਵੀ ਉਹਦੀ ਪੁਤਲੀ ਖਰਾਬ ਹੋ ਸਕਦੀ ਹੈ ਤੇ ਉਹ ਬਲਾਈਂਡਨੈਸ ਰਿਜ਼ਲਟ ਕਰ ਸਕਦੀ ਹੈ। ਸੋ ਬੱਚਿਆਂ ਦੀ ਖੁਰਾਕ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ, ਜਿਹਦੇ ਵਿੱਚ ਕਿ ਗ੍ਰੀਨ ਲੀਫੀ ਵੈਜੀਟੇਬਲ, ਹਰੇ ਰੰਗ ਦੀ ਸਬਜ਼ੀਆਂ ਜਿਵੇਂ ਕਿ ਪਾਲਕ, ਬੀਨ ਹੋ ਗਿਆ, ਜੋ ਵੀ ਹਰੇ ਰੰਗ ਦੀ ਸਬਜ਼ੀਆਂ ਹਨ, ਅਤੇ ਪੀਲੇ ਰੰਗ ਦੇ ਫਰੂਟ ਜਿਵੇਂ ਕਿ ਅੰਬ ਹੋ ਗਿਆ, ਪਪੀਤਾ ਹੋ ਗਿਆ, ਉਹਨਾਂ ਨੂੰ ਦੇਣਾ ਚਾਹੀਦਾ ਹੈ, ਖਾਸ ਕਰਕੇ ਆਂਵਲਾ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਵਿਟਾਮਿਨ ਏ ਬਹੁਤ ਅੱਛੀ ਕੁਆਂਟੀਟੀ 'ਚ ਹੁੰਦਾ, ਸੋ ਅਸੀਂ ਟਾਈਮਲੀ ਨੂੰ ਕੰਟਰੋਲ ਕਰ ਸਕਦੇ ਹਾਂ। ਤੀਸਰੇ ਨੰਬਰ ਤੇ ਟਰਾਮਾ ਦੇ ਕੇਸਿਸ ਯਾਨੀ ਕਿ ਚੋਟ ਲੱਗਣ ਕਰਕੇ, ਐਕਸੀਡੈਂਟ ਦੇ ਵੀ ਦੇਖਿਆ ਗਿਆ ਹੈ ਕਿ ਵੀ ਪੁਤਲੀ ਕੱਟ ਕਰਕੇ ਨਿਗਾਹ ਜਾ ਸਕਦੀ ਹੈ। ਕਲੀ ਦੇ ਬਾਰੇ ਜਿਵੇਂ ਆਪਾਂ ਗੱਲ ਕੀਤੀ ਸੀ ਵੀ ਚੂਨੇ ਦੇ ਕਰਕੇ
ਅੱਖ ਦੀ ਨਿਗਾਹ ਜਾ ਸਕਦੀ ਹੈ। ਸੋ ਸਾਨੂੰ ਇਹਨਾਂ ਸਾਰੀ ਚੀਜ਼ਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਵੀ ਇਹ ਰੋਕ ਸਕੀਏ। ਉਸ ਤੋਂ ਇਲਾਵਾ ਜਿਵੇਂ ਆਪਾਂ ਗੱਲ ਕੀਤੀ ਸੀ ਵੀ ਹੋਲੀ ਦੇ ਦਿਨਾਂ ਦੇ ਵਿੱਚ ਸਿੰਥੈਟਿਕ ਕਲਰ ਦੇ ਪੈਣ ਦੇ ਨਾਲ ਅੱਖ ਦੇ ਜਿਹੜੇ ਸੈੱਲ ਹੁੰਦੇ ਹਨ ਉਹ ਖਰਾਬ ਹੋ ਜਾਂਦੇ ਹਨ। ਸੋ ਅਗਰ ਤੁਹਾਡੀ ਅੱਖ ਦੇ ਵਿੱਚ ਰੰਗ ਪੈ ਜਾਂਦਾ ਹੈ ਜਾਂ ਵਾਟਰ ਕਲਰਸ ਪੈ ਜਾਂਦੇ ਹਨ ਤਾਂ ਤੁਹਾਨੂੰ ਉਸੇ ਟਾਈਮ ਪਾਣੀ ਦੇ ਛਿੱਟੇ ਮਾਰ ਕੇ ਅੱਖ ਨੂੰ ਸਾਫ਼ ਕਰ ਲੈਣਾ ਚਾਹੀਦਾ ਅਤੇ ਡਾਕਟਰੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਦੀਵਾਲੀ ਦੇ ਦਿਨਾਂ ਦੇ ਵਿੱਚ ਪਟਾਖਿਆਂ ਦੇ ਨਾਲ ਵੀ ਕਾਫੀ ਇੰਜਰੀ ਹੋ ਸਕਦੀ ਹੈ ਤੇ ਕਈ ਲੋਕਾਂ ਦੀ ਨਿਗਾਹ ਵੀ ਚਲੀ ਜਾਂਦੀ ਹੈ। ਸੋ ਤੁਹਾਨੂੰ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਅਤੇ ਗ੍ਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ। ਉਸ ਤੋਂ ਇਲਾਵਾ ਜਿਹੜੀ ਅਸੀਂ ਜਮਾਂਦਰੂ ਬਿਮਾਰੀਆਂ ਦੀ ਗੱਲ ਕੀਤੀ ਹੈ ਉਹਨਾਂ ਤੇ ਸਾਡਾ ਕੋਈ ਕੰਟਰੋਲ ਨਹੀਂ ਹੈ। ਸੋ ਜਿਹੜੀ ਜਮਾਂਦਰੂ ਬਿਮਾਰੀਆਂ ਹਨ ਜਿਹਦੇ ਕਰਕੇ ਪੁਤਲੀ ਦੀ ਨਿਗਾਹ ਚਲੀ ਜਾਂਦੀ ਹੈ ਜਾਂ ਬਜ਼ੁਰਗਾਂ ਦੇ ਵਿੱਚ ਚਲੀ ਜਾਂਦੀ ਹੈ ਉਹ ਤਾਂ ਡਾਕਟਰੀ ਸਹਾਇਤਾ ਦੇ ਨਾਲ ਹੀ ਠੀਕ ਹੋ ਸਕਦੀ ਹੈ। ਸੋ ਇਹਨਾਂ ਕੁਝ ਮੇਜਰਸ ਨੂੰ ਲੈ ਕੇ ਅਸੀਂ ਕਾਫੀ ਹੱਦ ਤੱਕ ਕਾਰਨੀਆ ਬਲਾਈਂਡਨੈਸ ਜੋ ਕਿ ਇੱਕ ਪ੍ਰੀਵੈਂਟੇਬਲ ਬਲਾਈਂਡਨੈਸ ਹੈ ਉਹਨੂੰ ਜ਼ਰੂਰ ਰੋਕ ਸਕਦੇ ਹਾਂ। ਹੁਣ ਇਸ ਤੋਂ ਬਾਅਦ ਅਸੀਂ ਇਹਦੇ ਇਲਾਜ ਦੇ ਉੱਤੇ ਆਈਏ ਤਾਂ ਸਭ ਤੋਂ ਪਹਿਲੇ ਸਾਨੂੰ ਜਾਣੂ ਹੋਣਾ ਚਾਹੀਦਾ ਵੀ ਇਹਦੇ ਸਿੰਪਟਮਸ ਕੀ ਹੁੰਦੇ ਹਨ। ਕਾਰਨੀਆ ਦੀ ਅਗਰ ਕੋਈ ਵੀ ਤਕਲੀਫ ਹੋਏਗੀ ਤਾਂ ਉਹਦੇ ਵਿੱਚ ਅੱਖ ਦੇ ਵਿੱਚ ਰੜਕ ਦਾ ਪੈਣਾ, ਅੱਖ ਦੇ ਵਿੱਚ ਲਾਲੀ ਆਣੀ, ਪਾਣੀ ਆਣਾ ਤੇ ਨਿਗਾਹ ਦਾ ਘਟਣਾ, ਇਹ ਸਭ ਤੋਂ ਮੇਨ ਕਾਰਨ ਹਨ। ਸੋ ਅਗਰ ਤੁਸੀਂ ਇਹਨਾਂ ਚੀਜ਼ਾਂ ਤੋਂ ਸਫਰ ਕਰ ਰਹੇ ਹੋ ਜਾਂ ਤੁਹਾਨੂੰ ਇਹ ਪ੍ਰੋਬਲਮ ਆ ਰਹੀ ਹੈ ਤਾਂ ਬਜਾਏ ਕਿ ਤੁਸੀਂ ਲੋਕਲ ਕੈਮਿਸਟ ਤੋਂ ਜਾਓ ਜਾਂ ਲੋਕਲ ਡਾਕਟਰਸ ਕੋਲ ਜਾਓ, ਤੁਹਾਨੂੰ ਇੱਕ ਪ੍ਰੋਪਰ ਆਈ ਕੰਸਲਟੈਂਟ ਨੂੰ ਕੰਸਲਟ ਕਰਨਾ ਚਾਹੀਦਾ, ਉਹਦੀ ਸਲਾਹ ਲੈਣੀ ਚਾਹੀਦੀ ਹੈ। ਸੋ ਆਪਾਂ ਮੈਡੀਕੇਸ਼ਨ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਸਾਨੂੰ ਇੱਕ ਚੀਜ਼ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਜੋ ਕਿ ਅਕਸਰ ਅਸੀਂ ਦੇਖਦੇ ਹਾਂ ਸਾਡੇ ਮਰੀਜ਼ ਆਉਂਦੇ ਹਨ। ਉਹਦੇ ਵਿੱਚ ਕੋਈ ਵੀ ਪ੍ਰੋਬਲਮ ਹੁੰਦੀ ਹੈ ਅੱਖਾਂ ਦੀ ਤਾਂ ਲੋਕਲ ਕੈਮਿਸਟ ਤੋਂ ਦਵਾਈ ਲੈ ਲੈਂਦੇ ਹਨ। ਅਗਰ ਤੁਹਾਡੀ ਅੱਖ ਦੇ ਵਿੱਚ ਇਨਫੈਕਸ਼ਨ ਹੈ ਤਾਂ ਅਕਸਰ ਦੇਖਿਆ ਗਿਆ ਜੋ ਵੀ ਕੈਮਿਸਟ ਦਵਾਈ ਦਿੰਦੇ ਹਨ ਉਹਦੇ ਵਿੱਚ ਸਟੀਰੋਇਡ ਮਿਲਿਆ ਹੁੰਦਾ, ਜਿਹਦੇ ਕਰਕੇ ਤੁਹਾਡਾ ਇਨਫੈਕਸ਼ਨ ਘਟਣ ਦੀ ਬਜਾਏ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਅਤੇ ਈਵਨ ਬਲਾਈਂਡਨੈਸ ਤੱਕ ਹੋ ਜਾਂਦੀ ਹੈ। ਸੋ ਮੇਰੀ ਇਹ ਸਲਾਹ ਹੋਏਗੀ ਤੁਹਾਨੂੰ, ਅਗਰ ਤੁਹਾਨੂੰ ਅੱਖਾਂ ਦੀ ਕੋਈ ਵੀ ਪ੍ਰੋਬਲਮ ਆਵੇ ਤਾਂ ਤੁਹਾਨੂੰ ਪ੍ਰੋਪਰ ਆਈ ਡਾਕਟਰ ਦੀ ਹੀ ਸਲਾਹ ਲੈਣੀ ਚਾਹੀਦੀ ਹੈ ਜੋ ਕਿ ਤੁਹਾਨੂੰ ਪ੍ਰੋਪਰ ਮੈਡੀਸਿਨ ਦੇ ਨਾਲ ਤੁਹਾਡੀ ਅੱਖ ਦੀ ਨਿਗਾਹ ਬਚਾ ਸਕਦਾ ਹੈ। ਬਾਕੀ ਇੱਕ ਚੀਜ਼ ਹੋਰ ਦੇਖਣ ਨੂੰ ਅਕਸਰ ਦੇਖੀ ਗਈ ਹੈ ਕਿ ਜਦ ਵੀ ਕਦੇ ਕਿਸੇ ਨੂੰ ਅੱਖ ਦੀ ਪ੍ਰੋਬਲਮ ਹੁੰਦੀ ਹੈ ਉਹ ਡਾਕਟਰ ਹੀ ਚੇਂਜ ਕਰਦੇ ਰਹਿ ਜਾਂਦੇ ਹਨ ਜਿਹਨੂੰ ਵੀ ਪੁਤਲੀ ਦੀ ਪ੍ਰੋਬਲਮ ਹੁੰਦੀ ਹੈ। ਇੱਕ ਚੀਜ਼ ਮੈਂ ਜ਼ਰੂਰ ਦੱਸਣਾ ਚਾਹਾਂਗਾ ਕਿ ਵੀ ਪੁਤਲੀ ਦੀ ਬਿਮਾਰੀ ਨੂੰ ਠੀਕ ਹੋਣ ਦੇ ਵਿੱਚ ਘੱਟੋ ਘੱਟ 6 ਤੋਂ ਲੈ ਕੇ 8 ਹਫ਼ਤੇ ਦਾ ਟਾਈਮ ਲੱਗਦਾ ਹੀ ਲੱਗਦਾ ਹੈ ਵਿਦ ਪ੍ਰੋਪਰ ਮੈਡੀਸਿਨ। ਅਗਰ ਤੁਸੀਂ ਇਸ ਦੌਰਾਨ ਤੁਹਾਨੂੰ ਲੱਗਦਾ ਹੈ ਕਿ ਵੀ ਤੁਸੀਂ ਠੀਕ ਨਹੀਂ ਹੋ ਰਹੇ ਤਾਂ ਤੁਸੀਂ ਡਾਕਟਰ ਹੀ ਚੇਂਜ ਕਰਦੇ ਰਹਿ ਜਾਂਦੇ ਹੋ, ਟਾਈਮ ਤਾਂ ਇੰਨਾ ਲੱਗੇਗਾ ਹੀ, ਉਸ ਤੋਂ ਬਾਅਦ ਹੀ ਜਾ ਕੇ ਤੁਹਾਨੂੰ ਪੂਰਾ ਆਰਾਮ ਹੈ। ਸੋ ਪਲੀਜ਼ ਇੱਕ ਡਾਕਟਰ ਜੋ ਕਿ ਪ੍ਰੋਪਰ ਇਸ ਚੀਜ਼ ਦਾ ਮਾਹਿਰ ਹੋਵੇ ਉਸ ਤੋਂ ਇਲਾਜ ਕਰਵਾਓ ਤੇ ਇੰਨਾ ਟਾਈਮ ਤਾਂ ਦੇਣਾ ਹੀ ਪਏਗਾ। ਉਸ ਤੋਂ ਬਾਅਦ ਤਕਰੀਬਨ ਬਹੁਤ ਸਾਰੇ ਪੇਸ਼ੈਂਟਸ ਦੀ ਬਿਮਾਰੀ ਠੀਕ ਹੋ ਜਾਂਦੀ ਹੈ। ਹੁਣ ਅਗਰ ਆਪਾਂ ਇਸ ਸਿਨੈਰੀਓ ਚ ਆਈਏ ਕਿ ਜਿਨ੍ਹਾਂ ਦੀ ਬਿਮਾਰੀ ਨਹੀਂ ਕੰਟਰੋਲ ਹੋ ਰਹੀ ਤਾਂ ਉਸ ਤੋਂ ਬਾਅਦ ਫਿਰ ਜਿਹੜੀ ਆਪਸ਼ਨ ਹੈ ਉਹ ਸਰਜਰੀ ਵੱਲ ਹੀ ਜਾਂਦੀ ਹੈ। ਸੋ ਸਰਜਰੀ ਦੇ ਵਿੱਚ ਸਮੇਂ ਦੇ ਨਾਲ ਬਹੁਤ ਰੈਵੋਲੂਸ਼ਨ ਆ ਗਈ ਹਨ। ਸਾਡੀ ਜ਼ਿਆਦਾਤਰ ਪੁਤਲੀ ਦੀ ਬਿਮਾਰੀ ਦੇ ਵਿੱਚ ਪੁਤਲੀ ਬਦਲਣ ਦੀ ਹੀ ਲੋੜ ਪੈਂਦੀ ਹੈ ਜਿਨ੍ਹਾਂ ਦੀ ਅੱਖ ਬਹੁਤ ਜ਼ਿਆਦਾ ਡੈਮੇਜ ਹੋ ਗਈ ਹੈ ਜਾਂ ਬਲਾਈਂਡਨੈਸ ਤੱਕ ਚਲੀ ਗਈ ਹੈ। ਸਮੇਂ ਦੇ ਨਾਲ ਜਿਵੇਂ ਚੇਂਜ ਹੋ ਗਿਆ, ਲੋਕ ਅਕਸਰ ਕਹਿੰਦੇ ਹੁੰਦੇ ਸੀ ਵੀ ਪੁਤਲੀ ਬਦਲਣ ਦੇ ਆਪਰੇਸ਼ਨ ਕਾਮਯਾਬ ਨਹੀਂ ਹੁੰਦੇ, ਪਰ ਸਮੇਂ ਦੇ ਨਾਲ ਟੈਕਨੀਕਸ ਦੇ ਨਾਲ ਜੋ ਉਹਦੇ ਵਿੱਚ ਮਟੀਰੀਅਲ ਯੂਜ਼ ਹੋ ਰਿਹਾ ਉਹਦੇ ਨਾਲ ਅੱਜ ਕਾਫੀ ਹੱਦ ਤੱਕ ਪੇਸ਼ੈਂਟ ਦੀ ਨਿਗਾਹ ਜਿਹੜੀ ਹੈ ਉਹ ਬਚਾਈ ਜਾ ਸਕਦੀ ਹੈ ਜਾਂ ਉਹਨੂੰ ਅੱਛੀ ਨਿਗਾਹ ਦਿੱਤੀ ਜਾ ਸਕਦੀ ਹੈ। ਸੋ ਆਪਾਂ ਸਰਜਰੀ ਦੀ ਗੱਲ ਕਰੀਏ ਤਾਂ ਸਰਜਰੀ 3 ਤਰ੍ਹਾਂ ਦੀ ਹੁੰਦੀ ਹੈ ਪੁਤਲੀ ਬਦਲਣ ਦੀ। ਪਹਿਲੇ ਨੰਬਰ ਤੇ ਹੁੰਦੀ ਹੈ ਥੈਰਾਪੈਟਿਕ ਟ੍ਰਾਂਸਪਲਾਂਟ, ਜਿਹਦੇ ਵਿੱਚ ਕਿਸੇ ਬੰਦੇ ਨੂੰ ਅਗਰ ਅੱਖ ਦਾ ਇਨਫੈਕਸ਼ਨ ਹੋ ਗਿਆ ਤਾਂ ਅਸੀਂ ਉਹਦੀ ਜਿਹੜੀ ਪੁਤਲੀ ਖਰਾਬ ਹੋ ਗਈ ਹੈ ਉਹਦੀ ਜਗ੍ਹਾ ਸਾਫ਼ ਪੁਤਲੀ ਲਗਾ ਕੇ ਅਸੀਂ ਉਹਦੀ ਅੱਖ ਬਚਾ ਸਕਦੇ ਹਾਂ। ਦੂਸਰੇ ਨੰਬਰ ਤੇ ਆਪਟੀਕਲ ਟ੍ਰਾਂਸਪਲਾਂਟ ਆਉਂਦਾ ਹੈ ਜਿਹਦੇ ਵਿੱਚ ਜਿਨ੍ਹਾਂ ਦੀ ਪੁਤਲੀ ਚਿੱਟੀ ਹੈ ਅਸੀਂ ਉਹਦੇ ਵਿੱਚ ਸਾਫ਼ ਪੁਤਲੀ ਲਗਾ ਕੇ ਉਹਨੂੰ ਟਾਂਕਿਆਂ ਰਾਹੀਂ ਪੇਸ਼ੈਂਟ ਦੇ ਪੁਤਲੀ ਦੇ ਨਾਲ ਜੋੜ ਦਿੰਦੇ ਹਾਂ ਤਾਂ ਉਹਦੇ ਨਾਲ ਵੀ ਪੇਸ਼ੈਂਟ ਦੀ ਨਿਗਾਹ ਕਾਫੀ ਹੱਦ ਤੱਕ ਬੈਟਰ ਹੋ ਜਾਂਦੀ ਹੈ। ਤੀਸਰੇ ਨੰਬਰ ਤੇ ਅੱਜ ਕੱਲ੍ਹ ਜੋ ਕਾਫੀ ਜ਼ਿਆਦਾ ਪ੍ਰਚਲਿਤ ਹੋ ਰਿਹਾ ਜਾਂ ਪਪੂਲਰਾਈਜ਼ ਹੋ ਰਿਹਾ ਉਹ ਹੈ ਲੈਮੂਲਰ ਕੈਰੇਟੋਪਲਾਸਟੀ। ਲੈਮੂਲਰ ਕੈਰੇਟੋਪਲਾਸਟੀ ਦਾ ਮਤਲਬ ਹੈ ਅਸੀਂ ਉਹਦੇ ਵਿੱਚ ਜੋ ਬੰਦੇ ਦਾ ਖਰਾਬ ਪੋਰਸ਼ਨ ਹੈ ਪੁਤਲੀ ਦਾ ਉਸੀ ਨੂੰ ਹੀ ਬਦਲਦੇ ਆ, ਪੂਰੀ ਪੁਤਲੀ ਚੇਂਜ ਨਹੀਂ ਕਰਦੇ। ਇਹ 2 ਤਰ੍ਹਾਂ ਦੀ ਹੁੰਦੀ ਹੈ। ਜਿਨ੍ਹਾਂ ਦੀ ਪੁਤਲੀ ਅੱਗੇ ਪਾਸੇ ਖਰਾਬ ਹੁੰਦੀ ਹੈ ਅਸੀਂ ਉਹਨਾਂ ਦਾ ਸਿਰਫ ਅਗਲਾ ਪੋਰਸ਼ਨ ਹੀ ਚੇਂਜ ਕਰਦੇ ਹਾਂ, ਜਿਵੇਂ ਕਿ ਕੈਰੇਟੋਕੋਨਸ ਬਿਮਾਰੀ ਦੇਖਿਆ ਗਿਆ ਹੈ। ਉਸ ਤੋਂ ਇਲਾਵਾ ਜਿਨ੍ਹਾਂ ਦੀ ਪਿਛਲੀ ਪੁਤਲੀ ਖਰਾਬ ਹੈ ਜਿਵੇਂ ਕਿ ਮੋਤੀਏ ਦੇ ਆਪਰੇਸ਼ਨ ਤੋਂ ਬਾਅਦ ਪੁਤਲੀ ਦਾ ਖਰਾਬ ਹੋਣਾ, ਉਸ ਤੋਂ ਇਲਾਵਾ ਉਮਰ ਦੇ ਨਾਲ ਪੁਤਲੀ ਦਾ ਖਰਾਬ ਹੋਣਾ ਜਿਹਨੂੰ ਫਿਊਕਸ ਡਿਸਟ੍ਰੋਫੀ ਵੀ ਕਹਿੰਦੇ ਹਨ, ਜਾਂ ਉਮਰ ਦੇ ਨਾਲ ਪੁਤਲੀ ਦੇ ਸੈੱਲ ਖਰਾਬ ਹੋ ਜਾਂਦੇ ਹਨ, ਅਸੀਂ ਉਹਦੇ ਵਿੱਚ ਸਿਰਫ ਪੁਤਲੀ ਦਾ ਪਿਛਲਾ ਪੋਰਸ਼ਨ ਹੀ ਬਦਲਦੇ ਹਾਂ, ਅਸੀਂ ਉਹ ਸਿਰਫ ਸੈੱਲ ਹੀ ਪਾਉਂਦੇ ਹਾਂ। ਇਹਨਾਂ ਦੇ ਵਿੱਚ ਪੂਰੀ ਪੁਤਲੀ ਬਦਲਣ ਨਾਲੋਂ
ਟਾਂਕਿਆਂ ਦੀ ਰਿਕੁਆਇਰਮੈਂਟ ਬਹੁਤ ਘੱਟ ਹੁੰਦੀ ਹੈ ਤੇ ਪੇਸ਼ੈਂਟ ਦੀ ਰਿਕਵਰੀ ਬਹੁਤ ਫਾਸਟ ਹੋ ਜਾਂਦੀ ਹੈ। ਸੋ ਇਹ ਸਰਜਰੀ ਹੈ ਜਿਹੜੀ ਅਸੀਂ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਅਸੀਂ ਆਪਰੇਸ਼ਨ ਕਰਦੇ ਹਾਂ ਤੇ ਸਮੇਂ ਦੇ ਨਾਲ ਇਹਨਾਂ ਦੀ ਜੋ ਆਊਟਪੁੱਟ ਹੈ ਜਾਂ ਜੋ ਰਿਜ਼ਲਟਸ ਹੈਗੇ ਉਹ ਕਾਫੀ ਇੰਪਰੂਵ ਹੋ ਗਏ ਤੇ ਪੇਸ਼ੈਂਟ ਆਪਣੀ ਇੱਕ ਬਹੁਤ ਅੱਛੀ ਲਾਈਫ, ਅੰਨੇਪਨ ਤੋਂ ਪੀੜਿਤ ਬੰਦਾ ਕਾਫੀ ਅੱਛੀ ਲਾਈਫ ਆਪਣੀ ਬਿਤਾ ਸਕਦਾ, ਉਹਦੀ ਕਾਫੀ ਹੱਦ ਤੱਕ ਨਿਗਾਹ ਵਾਪਸ ਆ ਜਾਂਦੀ ਹੈ। ਹੁਣ ਆਪਰੇਸ਼ਨ ਤਾਂ ਹੋ ਗਿਆ, ਉਸ ਤੋਂ ਬਾਅਦ ਅਸੀਂ ਦਾ ਧਿਆਨ ਕਿਵੇਂ ਰੱਖਣਾ ਹੈਗਾ ਉਹਦੇ ਬਾਰੇ ਕੁਝ ਮੈਂ ਪੁਆਇੰਟ ਦੱਸਣਾ ਚਾਹਾਂਗਾ ਤੁਹਾਨੂੰ। ਜਿਵੇਂ ਕਿ ਪੁਤਲੀ ਬਣਨ ਤੋਂ ਬਾਅਦ ਆਪਰੇਸ਼ਨ ਜਿੰਨਾ ਜ਼ਰੂਰੀ ਹੈ ਉਸ ਤੋਂ ਬਾਅਦ ਫੋਲੋਅਪ ਵੀ ਉਨਾ ਹੀ ਜ਼ਰੂਰੀ। ਫੋਲੋਅਪ ਤੋਂ ਭਾਵ ਪੇਸ਼ੈਂਟ ਦਾ ਦੁਬਾਰਾ ਤੋਂ ਡਾਕਟਰ ਨੂੰ ਕੰਸਲਟ ਕਰਨਾ। ਪੁਤਲੀ ਬਣਨ ਤੋਂ ਬਾਅਦ ਦਵਾਈ ਲਗਭਗ 8 ਤੋਂ ਲੈ ਕੇ 10 ਵਾਰੀ ਦਿਨ ਦੇ ਵਿੱਚ ਸ਼ੁਰੂ ਹੁੰਦੀ ਹੈ। ਦਵਾਈ ਦੀ ਫ੍ਰੀਕੁਐਂਸੀ ਸਟਾਰਟਿੰਗ 'ਚ ਬਹੁਤ ਜ਼ਿਆਦਾ ਹੁੰਦੀ ਕਿਉਂਕਿ ਪੁਤਲੀ ਕਿਸੇ ਹੋਰ ਬੰਦੇ ਦਾ ਅੰਗ ਹੈ, ਤੁਹਾਡੀ ਬਾਡੀ ਹਮੇਸ਼ਾ ਕੋਸ਼ਿਸ਼ ਕਰੇਗੀ ਉਹਨੂੰ ਫੀਲ ਕਰਨ ਦੀ। ਸੋ ਤੁਹਾਨੂੰ ਪ੍ਰੋਪਰ ਦਵਾਈ ਪਾਣੀ ਪੈਂਦੀ ਹੈ ਤਾਂ ਜੋ ਰਿਜੈਕਸ਼ਨ ਐਪੀਸੋਡ ਨਾ ਆਵੇ। ਸੋ ਸਟਾਰਟਿੰਗ ਦੇ ਵਿੱਚ ਦਵਾਈ ਤਾਂ ਲਗਭਗ 8 ਤੋਂ ਲੈ ਕੇ 10 ਵਾਰੀ ਪਾਈ ਜਾਂਦੀ ਹੈ, ਜੋ ਕਿ ਜਿਵੇਂ ਜਿਵੇਂ ਅੱਗੇ ਟਾਈਮ ਨਿਕਲਦਾ ਜਾਂਦਾ ਹੈ ਦਵਾਈ ਨੂੰ ਅਸੀਂ ਘਟਾ ਕੇ 4 ਵਾਰੀ ਤੇ ਲੈ ਆਉਂਦੇ ਹਾਂ। ਸੋ ਦਵਾਈ ਪਾਣੀ ਬਹੁਤ ਜ਼ਰੂਰੀ ਹੈ। ਕਈ ਲੋਕ ਸੋਚਦੇ ਹਨ ਬਈ ਮੇਰਾ ਨਿਗਾਹ ਤਾਂ ਆ ਗਈ ਵਾਪਸ, ਮੈਨੂੰ ਦਵਾਈ ਪਾਣ ਦੀ ਲੋੜ ਨਹੀਂ ਹੈ, ਪਰ ਦਵਾਈ ਦੀ ਬਹੁਤ ਇੰਪੋਰਟੈਂਸ ਹੈ। ਬਾਰ-ਬਾਰ ਮੈਂ ਇਸੇ ਪੁਆਇੰਟ ਤੇ ਸਟ੍ਰੈਸ ਕਰ ਰਿਹਾ। ਤੇ ਤਕਰੀਬਨ ਉਹਨਾਂ ਦੀ ਹੀ ਪੁਤਲੀ ਦੁਬਾਰਾ ਤੋਂ ਖਰਾਬ ਹੁੰਦੀ ਹੈ ਜਿਹੜੇ ਪ੍ਰੋਪਰ ਮੈਡੀਸਿਨ ਨਹੀਂ ਪਾਉਂਦੇ। ਸੋ ਇਨੀਸ਼ੀਅਲੀ ਦਵਾਈ ਬਹੁਤ ਇੰਪੋਰਟੈਂਟ ਹੈ। ਫਿਰ ਉਸ ਤੋਂ ਇਲਾਵਾ ਹਰ 1 ਤੋਂ ਲੈ ਕੇ 1.5 ਮਹੀਨੇ ਦਾ ਫੋਲੋਅਪ 1 ਸਾਲ ਲਈ ਬਹੁਤ ਜ਼ਰੂਰੀ ਹੈ। ਸੋ 1 ਸਾਲ ਤੁਹਾਨੂੰ ਰੈਗੂਲਰ ਡਾਕਟਰ ਨੂੰ ਹਰ ਮਹੀਨੇ 1.5 ਮਹੀਨੇ 'ਚ ਵਿਜ਼ਿਟ ਕਰਨਾ ਪੈਂਦਾ ਹੈ। ਉਸ ਤੋਂ ਬਾਅਦ ਇਹਦੀ ਫ੍ਰੀਕੁਐਂਸੀ ਫੋਲੋਅਪਸ ਦੀ ਬਹੁਤ ਘਟ ਜਾਂਦੀ ਹੈ। ਪਰ ਹਾਂ, ਇੱਕ ਗੱਲ ਨੂੰ ਜ਼ਰੂਰ ਯਾਦ ਰੱਖੋ, ਦਵਾਈ ਤੁਹਾਨੂੰ ਪੂਰੀ ਲਾਈਫ ਟਾਈਮ ਹੀ ਪਾਣੀ ਪਏਗੀ, ਚਾਹੇ ਤੁਹਾਨੂੰ ਕੋਈ ਪ੍ਰੋਬਲਮ ਹੈ ਜਾਂ ਨਹੀਂ ਹੈ, ਕਿਉਂਕਿ ਅਦਰਵਾਈਜ਼ ਰਿਜੈਕਸ਼ਨ ਐਪੀਸੋਡ ਰਹਿਣਗੇ। ਪਰ ਉਹ ਦਵਾਈ ਦੀ ਫ੍ਰੀਕੁਐਂਸੀ ਸਿਰਫ ਹਾਰਡਲੀ ਦਿਨ ਦੇ ਵਿੱਚ 1 ਵਾਰੀ ਹੀ ਰਹਿ ਜਾਂਦੀ ਹੈ। ਉਸ ਤੋਂ ਇਲਾਵਾ ਜਦ ਤੁਹਾਡਾ ਆਪਰੇਸ਼ਨ ਹੋ ਜਾਏ, ਜਿਵੇਂ ਬਾਕੀ ਆਪਰੇਸ਼ਨ ਹਨ, ਉਹਦਾ ਦੀ ਸਾਂਭ ਸੰਭਾਲ, ਸਾਫ਼ ਸਫਾਈ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਹੈ। ਪੁਤਲੀ ਬਣਨ ਦੇ ਵਿੱਚ ਰਿਜੈਕਸ਼ਨ ਜ਼ਰੂਰ ਇੱਕ ਪ੍ਰੋਬਲਮ ਰਹਿੰਦੀ ਹੈ। ਸੋ ਰਿਜੈਕਸ਼ਨ ਤੋਂ ਤੁਹਾਨੂੰ ਇੱਦਾਂ ਪਤਾ ਲੱਗਦਾ ਹੈ ਕਿ ਜਦ ਤੁਹਾਡੀ ਅੱਖ ਦੀ ਨਿਗਾਹ ਬਿਲਕੁਲ ਸਹੀ ਬਣ ਗਈ ਹੈ ਤੇ ਸਮੇਂ ਦੇ ਨਾਲ ਅਗਰ ਤੁਹਾਨੂੰ ਲੱਗੇ ਵੀ ਤੁਹਾਨੂੰ ਖੂਨ ਚੜਾਉਣ ਦੇ ਉੱਤੇ ਜਾਂ ਤੁਹਾਡਾ ਪੇਟ ਖਰਾਬ ਹੋਣ ਤੇ ਜਾਂ ਛਾਤੀ ਦਾ ਇਨਫੈਕਸ਼ਨ ਹੋਣ ਤੇ ਜਿਸ ਵੀ ਚੀਜ਼ ਦੇ ਨਾਲ ਤੁਹਾਡੇ ਸਰੀਰ ਤੇ ਜ਼ੋਰ ਪਿਆ ਤੇ ਤੁਹਾਨੂੰ ਲੱਗੇ ਉਸ ਤੋਂ ਬਾਅਦ ਤੁਹਾਡੀ ਨਿਗਾਹ ਘਟ ਗਈ ਹੈ ਤੇ ਅੱਖ ਦੇ ਵਿੱਚ ਰੜਕ, ਪਾਣੀ ਦੀ ਤਕਲੀਫ ਆ ਰਹੀ ਹੈ, ਤੁਹਾਨੂੰ ਇਮੀਡੀਏਟਲੀ ਡਾਕਟਰ ਨੂੰ ਕੰਸਲਟ ਕਰਨਾ ਚਾਹੀਦਾ। ਸੋ ਇਹ ਕੁਝ ਸਟੈਪਸ ਹੈਗੇ ਜਿਹਦੇ ਨਾਲ ਅਸੀਂ ਇੱਕ ਵਾਰੀ ਪੁਤਲੀ ਬਦਲਵਾ ਲਈ ਹੈ ਤਾਂ ਅਸੀਂ ਉਹਦੀ ਚੰਗੀ ਤਰ੍ਹਾਂ ਸਾਂਭ ਸੰਭਾਲ ਕਰ ਸਕਦੇ ਹਾਂ। ਸੋ ਮੈਨੂੰ ਲੱਗਦਾ ਹੈ ਕਿ ਮੈਂ ਆਪਣੀ ਇਸ ਟਾਕ ਦੇ ਵਿੱਚ ਪੁਤਲੀ ਦੀ ਬਿਮਾਰੀ, ਪੁਤਲੀ ਦੀ ਕਾਰਨ, ਉਹਨਾਂ ਦੀ ਬਿਮਾਰੀਆਂ ਦੇ ਕਾਰਨ, ਉਸ ਦੀ ਰੋਕਥਾਮ, ਐਜੂਕੇਸ਼ਨ ਬਾਰੇ ਤੇ ਉਹਦੇ ਇਲਾਜ ਬਾਰੇ ਕਾਫੀ ਹੱਦ ਤੱਕ ਤੁਹਾਨੂੰ ਲੋਕਾਂ ਦੇ ਉੱਤੇ ਇਸ ਉੱਤੇ ਰੋਸ਼ਨੀ ਪਾਈ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਇਸ ਤਰੀਕੇ ਦੇ ਨਾਲ ਆਪਣੀ ਅੱਖ ਦੀ ਨਿਗਾਹ ਬਚਾ ਪਾਓਗੇ ਤੇ ਕਾਰਨੀਅਲ ਬਲਾਈਂਡਨੈਸ ਨੂੰ ਅਸੀਂ ਕੋਸ਼ਿਸ਼ ਕਰੀਏ ਜਿੰਨੀ ਘੱਟ ਤੋਂ ਘੱਟ ਆਪਾਂ ਇਹਨੂੰ ਕਰ ਸਕੀਏ। ਬਾਕੀ ਇਸ ਨਾਲ ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ ਚਾਹਾਂਗਾ। ਆ ਮੇਰਾ ਨੰਬਰ ਹੈ, ਅਗਰ ਤੁਹਾਨੂੰ ਕਿਸੇ ਨੇ ਵੀ ਇਨਕੁਆਇਰੀ ਕਰਨੀ ਹੋਵੇ ਇਸ ਬਾਰੇ ਤਾਂ ਮੋਸਟ ਵੈਲਕਮ, ਤੁਸੀਂ ਜਦ ਮਰਜ਼ੀ ਇਨਕੁਆਇਰੀ ਕਰ ਸਕਦੇ ਹੋ। ਧੰਨਵਾਦ।